ਹੈਲੋ ਸਟੂਡੈਂਟਸ, ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 7th ਇੰਗਲਿਸ਼ ਦਾ ਲੈਸਨ ਨੰਬਰ 4 ਜਿਸ ਦਾ ਨਾਮ ਹੈ ਅ ਗਲਾਸ ਆਫ ਮਿਲਕ। ਤੇ ਸਟੂਡੈਂਟਸ, ਇਹ ਜਿਹੜਾ ਚੈਪਟਰ ਹੈ, ਇਹ ਜਿਹੜਾ ਲੈਸਨ ਹੈ, ਲੈਸਨ 4 ਹੈ, ਇੱਕ ਪਲੇ ਹੈ ਜਿਸ ਦਾ ਅਰਥ ਹੈ ਕਿ ਇਹ ਇੱਕ ਨਾਟਕ ਹੈ। ਤੇ ਇਸ ਪਲੇ ਵਿੱਚ 3 ਸੀਨਸ ਹਨ। ਇਸ ਨਾਟਕ ਵਿੱਚ 3 ਦ੍ਰਿਸ਼ ਹਨ ਅਤੇ ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪਲੇ ਨੂੰ ਪੜਾਂਗੇ, ਸਮਝਾਂਗੇ ਅਤੇ ਇਸ ਤੋਂ ਬਾਅਦ ਐਂਡ ਵਿੱਚ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼ ਕਰਾਂਗੇ। पर शुरू करने तो पहला एक संदेश, इस तरह के होर वीडियो समय से प्राप्त करने लिए सबसक्राइब करो YouTube चैनल लर्न विद हरविंदर सर। आओ शुरू करते हैं। सब तो पहला औखे शब्दों के अर्थ। कॉम्प्लीकेटेड गुंझलदार। डायग्नोस डायग्नोस होंदा बीमारी की पछाण करना। सर्जरी ऑपरेशन। अटेंशन ध्यान देना। स्ट्रगल संघर्ष। डिस्कस जिसका अर्थ होंदा है चर्चा करना। तो हुण असीं प्ले नूं स्टार्ट करते हैं। सीन 1 है, पहला सीन है, टाइम है आफ्टरनून का, दोपहर का समय। लोकेशन है ब्लैकपूल, अ स्मॉल टाउन इन इंग्लैंड। इंग्लैंड में छोटा जिहा शहर है जिसका नाम है ब्लैकपूल, तो वो लोकेशन है। करैक्टर्स पात्र हैं अ बॉय अते अ लेडी। एक मुंडा जिसका नाम है हावर्ड कैले, तो एक लेडी स्त्री जिसका नाम है अनीता। तो सीन केड़ा? अ स्मॉल एंड नैरो स्ट्रीट, आफ्टरनून टाइम, अ स्मॉल बॉय सेलिंग थिंग्स फ्रॉम डोर टू डोर। तो एक छोटी ਅਤੇ तंग जी गली है, दोपहर का समय, तो एक छोटा मुंडा घर घर जाके चीज़ां या समान वेच रहा है। तो बॉय का की ना है हावर्ड कैले। तो बॉय अपने आप को की कह रहा, आई मस्ट सैल 2 बुक्स। हाउ विल आई गिव माई स्कूल फी इफ आई डोंट सैल दीज बुक्स? बट इट इज़ अ हॉट आफ्टरनून, आई एम सो हंग्री एंड थर्स्टी। आई थिंक आई मस्ट आस्क फॉर सम वाटर फ्रॉम द नैक्सट हाउस। ਤੇ ਉਹ ਮੁੰਡਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਨੂੰ 2 ਹੋਰ ਕਿਤਾਬਾਂ ਵੇਚਣੀਆਂ ਚਾਹੀਦੀਆਂ ਹਨ। ਜੇ ਮੈਂ ਕਿਤਾਬਾਂ ਨਹੀਂ ਵੇਚ ਸਕਦਾ ਤਾਂ ਮੈਂ ਆਪਣੇ ਸਕੂਲ ਦੀ ਫੀਸ ਕਿਵੇਂ ਭਰਾਂਗਾ? ਪਰ ਇਹ ਗਰਮ ਦੁਪਹਿਰ ਹੈ, ਮੈਂ ਬਹੁਤ ਭੁੱਖਾ ਅਤੇ ਪਿਆਸਾ ਹਾਂ। ਮੈਨੂੰ ਲੱਗਦਾ ਹੈ ਕਿ ਮੈਨੂੰ ਅਗਲੇ ਘਰ ਤੋਂ ਪਾਣੀ ਦੀ ਮੰਗ ਕਰਨੀ ਚਾਹੀਦੀ ਹੈ। ਦ ਬॉय ਸੀਜ਼ ਅ ਸਮਾਲ ਹਾਊਸ, ਹੀ ਰਿੰਗਸ ਦ ਬੈਲ, ਅ ਲੇਡੀ ਓਪਨਸ ਦ ਡੋਰ। ਤੇ ਮੁੰਡਾ ਇੱਕ ਛੋਟਾ ਜਿਹਾ ਘਰ ਦੇਖਦਾ ਹੈ, ਉਹ ਘੰਟੀ ਵਜਾਉਂਦਾ ਤੇ ਇੱਕ ਔਰਤ ਦਰਵਾਜ਼ਾ ਖੋਲਦੀ ਹੈ, ਇੱਕ ਇਸਤਰੀ ਦਰਵਾਜ਼ਾ ਖੋਲਦੀ ਹੈ। ਬॉय ਟਾਇਰਡ ਐਂਡ ਹੰਗਰੀ, ਗੁੱਡ ਆਫਟਰਨੂਨ ਮੈਮ। ਤੇ ਬॉय ਉਹ ਬਹੁਤ ਥੱਕਿਆ ਹੋਇਆ ਵੀ ਹੈ ਤੇ ਉਸਨੂੰ ਬਹੁਤ ਭੁੱਖ ਲੱਗੀ ਹੋਈ ਹੈ ਤੇ ਉਹ ਕਹਿ ਰਿਹਾ ਲੇਡੀ ਨੂੰ ਗੁੱਡ ਆਫਟਰਨੂਨ ਮੈਮ। ਲੇਡੀ ਪੋਲਾਈਟਲੀ, ਗੁੱਡ ਆਫਟਰਨੂਨ, ਡੂ ਯੂ ਵਾਂਟ ਸਮਥਿੰਗ? ਤੇ ਉਹ ਲੇਡੀ ਕਹਿੰਦੀ ਗੁੱਡ ਆਫਟਰਨੂਨ, ਤੁਹਾਨੂੰ ਕੁਝ ਚਾਹੀਦਾ ਹੈ? ਬॉय ਮਾਈ ਨੇਮ ਇਜ਼ ਹਾਵਰਡ ਕੈਲੇ, आई एम सेलिंग दीज बुक्स, विल यू बाय वन ऑफ माई बुक्स? मेरा ना हावर्ड है, हावर्ड कैले, तो मैं किताबां बेच रहा हाँ, कि तुसी इन्हां विचों एक किताब खरीदोगे? लेडी यू आर वेरी स्मॉल, यू शुड बी इन स्कूल एंड नॉट सेलिंग थिंग्स। तो वो लेडी या वो इस्त्री कहती है कि तुसी बहुत छोटे हो, तुहानूं स्कूल विच होना चाहिए ते चीज़ां तुहानूं नहीं वेचणियां चाहीदियां। बॉय यस मैम, आई नीड टू पे फॉर माई फी, for this reason I go door to door selling books, and can I get some water please? I am very thirsty। ਤੇ ਉਸ ਮੁੰਡੇ ਨੇ ਕਿਹਾ ਹਾਂਜੀ ਮੈਂ ਮੈਨੂੰ ਆਪਣੇ ਸਕੂਲ ਦੀ ਫੀਸ ਭਰਨੀ ਹੈ, ਇਸ ਕਰਕੇ ਮੈਂ ਘਰ ਘਰ ਜਾ ਕੇ ਕਿਤਾਬਾਂ ਵੇਚ ਰਿਹਾ ਹਾਂ। ਤੇ ਫਿਰ ਉਸ ਤੋਂ ਬਾਅਦ ਉਸਨੇ ਹਿਚਕਿਚਾਉਂਦੇ ਹੋਏ ਕਿਹਾ ਮੈਮ ਕੀ ਮੈਨੂੰ ਕੁਝ ਪਾਣੀ ਮਿਲ ਸਕਦਾ ਹੈ, ਮੈਨੂੰ ਬਹੁਤ ਪਿਆਸ ਲੱਗੀ ਹੈ। The lady looks at him and says, sure, just a few minutes child, goes inside and come with a glass. Here you are. Here's some milk. You are so weak. It appears you haven't eaten for days. ਤੇ ਜਦੋਂ ਬੱਚਾ ਕਹਿੰਦਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਤੇ ਕੀ ਮੈਨੂੰ ਪਾਣੀ ਮਿਲ ਸਕਦਾ, ਤੇ ਉਹ ਲੇਡੀ ਕਹਿੰਦੀ ਸ਼ੋਰ, ਜ਼ਰੂਰ ਤੁਹਾਨੂੰ ਮਿਲ ਸਕਦਾ, ਤੇ ਤੁਸੀਂ ਕੁਝ ਮਿੰਟ ਰੁਕੋ ਬੱਚੇ। ਤੇ ਉਸ ਤੋਂ ਬਾਅਦ ਉਹ ਲੇਡੀ ਅੰਦਰ ਜਾਂਦੀ ਹੈ ਤੇ ਗਲਾਸ ਲੈ ਕੇ ਆਉਂਦੀ ਹੈ ਤੇ ਕਹਿੰਦੀ ਹੈ ਤੁਸੀਂ ਇੱਥੇ ਹੋ, ਇਹ ਕੁਝ ਦੁੱਧ ਹੈ, ਤੁਸੀਂ ਬਹੁਤ ਕਮਜ਼ੋਰ ਹੋ, ਇੰਜ ਲੱਗਦਾ ਕਿ ਤੁਸੀਂ ਕਈ ਦਿਨਾਂ ਤੋਂ ਕੁਝ ਖਾਦਾ ਹੀ ਨਹੀਂ। ਬॉय ਟੇਕਿੰਗ ਦ ਗਲਾਸ ਫਰੋਮ ਦ ਲੇਡੀ ਐਂਡ ਡਰਿੰਕਿੰਗ ਇਟ, ਥੈਂਕ ਯੂ ਸੋ ਮਚ ਮੈਮ, ਯੂ ਆਰ ਸੋ ਕਾਈਂਡ, ਹਾਊ ਮਚ ਡੂ ਆਈ ਓ ਯੂ ਫॉर ਦ ਮਿਲਕ? ਤੇ ਉਹ ਬॉय ਉਹ ਪਾਣੀ ਪੀ ਲੈਂਦਾ, ਫਿਰ ਕਹਿੰਦਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਬਹੁਤ ਦਿਆਲੂ ਹੋ, ਤੁਸੀਂ ਬਹੁਤ ਕਾਈਂਡ ਹੋ। ਫਿਰ ਉਹ ਹਿਚਕਿਚਾਉਂਦੇ ਹੋਏ, ਹੈਜ਼ੀਟੇਟ ਕਰਦੇ ਹੋਏ ਪੁੱਛਦਾ ਵੀ ਮੈਂ ਦੁੱਧ ਦੇ ਕਿੰਨੇ ਪੈਸੇ ਦੇਣੇ ਹਨ? ਤੇ ਕਹਿੰਦਾ ਕਿੰਨਾ ਦੁੱਧ ਲਈ ਤੁਹਾਡਾ ਮੈਂ ਕਿੰਨਾ ਦੇਣਦਾਰ ਹਾਂ। ਤੇ ਇੱਥੇ ਨੂੰ ਇੱਕ ਵਰਡ ਯੂਜ਼ ਹੋਇਆ OWE, ਤੇ ਜਿਸ ਦਾ ਅਰਥ ਹੁੰਦਾ ਕਿ ਦੇਣਦਾਰ, ਕਿ ਮੈਂ ਤੁਹਾਡਾ ਕਿੰਨਾ ਦੇਣਦਾਰ ਹਾਂ। ਤੇ ਬੱਚਾ ਪੁੱਛ ਰਿਹਾ ਕਿ ਦੁੱਧ ਦੇ ਮੈਂ ਕਿੰਨੇ ਪੈਸੇ ਦੇਵਾਂ। ਲੇਡੀ ਸਪੀਕਿੰਗ ਵਾਰਮਲੀ, ਨਥਿੰਗ, ਯੂ ਓ ਮੀ ਨਥਿੰਗ, ਮਾਈ ਮਦਰ ਹੈਜ਼ ਟੌਟ ਮੀ ਨਾਟ ਟੂ ਅਸੈਪਟ ਪੇਮੈਂਟ ਫॉर ਅ ਡੀਡ ਆਫ ਕਾਈਂਡਨੈਸ, ਐਂਡ ਲੈਟ ਮੀ ਬਾਈ ਅ ਬੁੱਕ ਫਰੋਮ ਯੂ। ਹਾਊ ਮਚ ਡਜ਼ ਦ ਬੁੱਕ ਕੋਸਟ?
ਤੇ ਉਸ ਲੇਡੀ ਨੇ ਬਹੁਤ ਹੀ ਪਿਆਰ ਨਾਲ ਕਿਹਾ, ਕੁਝ ਨਹੀਂ, ਕਿ ਤੁਸੀਂ ਮੇਰਾ ਕੁਝ ਨਹੀਂ ਦੇਣਾ। ਮੇਰੀ ਮਾਤਾ ਜੀ ਨੇ ਮੈਨੂੰ ਸਿਖਾਇਆ ਕਿ ਭਲੇ ਕੰਮ ਲਈ ਪੈਸੇ ਨਹੀਂ ਲੈਣੇ ਚਾਹੀਦੇ, ਤੇ ਮੈਂ ਤੁਹਾਡੇ ਤੋਂ ਇੱਕ ਕਿਤਾਬ ਖਰੀਦਣੀ ਹੈ। ਇਸ ਬੁੱਕ ਦੀ ਕਿੰਨੀ ਕੀਮਤ ਹੈ? ਬॉय smiling, thank you ma'am, I will always remember this. The book is for £4.70। ਤੇ ਜਿਵੇਂ ਇੰਡੀਆ ਵਿੱਚ ਰੁਪਏ ਹੁੰਦੇ ਨੇ, ਉਸ ਤੋਂ ਬਾਅਦ ਪੈਸੇ ਹੁੰਦੇ ਨੇ, ਤੇ ਇਸੇ ਤਰ੍ਹਾਂ ਇੰਗਲੈਂਡ ਵਿੱਚ ਪਹਿਲਾਂ ਪਾਊਂਡਸ ਹੁੰਦੇ ਨੇ, ਤੇ ਪਾਊਂਡਸ ਤੋਂ ਥੱਲੇ ਹੁੰਦੀਆਂ ਪੈਨੀ, ਤੇ ਇੱਥੇ 70 ਪੈਨੀਸ ਨੂੰ 70 ਪੈਂਸ ਕਿਹਾ ਗਿਆ। ਤੇ ਉਹ ਬੱਚਾ ਕਹਿੰਦਾ, ਥੈਂਕ ਯੂ ਮੈਮ, ਮੈਂ ਇਹ ਗੱਲ ਹਮੇਸ਼ਾ ਯਾਦ ਰੱਖਾਂਗਾ। ਤੇ ਇਹ ਬੁੱਕ ਦੇ 4 ਪਾਉਂਡ ਅਤੇ 70 ਪੈਂਸ ਬਣੇ ਨੇ। ਦ ਲੇਡੀ ਟੇਕਸ ਦ ਬੁੱਕ ਐਂਡ ਹੈਂਡਸ ਓਵਰ 5 ਪਾਉਂਡਸ to the boy and tells him to keep the change. The boy smiles and leaves the house. He is happy and feels stronger. ਤੇ ਉਹ ਲੇਡੀ ਹੈ 5 ਪਾਉਂਡ ਉਸ ਬॉय ਨੂੰ ਦਿੰਦੀ ਹੈ, ਤੇ ਉਸਨੂੰ ਕਹਿੰਦੇ ਕਿ ਬਾਕੀ ਤੋਂ ਛੁੱਟੇ ਪੈਸੇ ਰੱਖ ਲੈ। ਤੇ ਬॉय ਮੁਸਕਰਾਉਂਦਾ ਤੇ ਚਲੇ ਜਾਂਦਾ, ਤੇ ਉਹ ਬਹੁਤ ਖੁਸ਼ ਹੈ, ਤੇ ਉਹ ਆਪਣੇ ਆਪ ਨੂੰ ਤਾਕਤਵਰ ਫੀਲ ਕਰਦਾ ਹੈ। ਤੇ ਇਹ ਤਾਂ ਸੀਗਾ ਸੀਨ 1। ਤੇ ਹੁਣ ਅਸੀਂ ਕਰਾਂਗੇ ਸੀਨ 2, ਮੈਨੀ ਈਅਰਸ ਲੇਟਰ, ਕਾਫੀ ਸਾਲਾਂ ਬਾਅਦ। ਟਾਈਮ ਮਾਰਨਿੰਗ, ਲੋਕੇਸ਼ਨ ਅ ਬਿਗ ਸਿਟੀ ਹਸਪੀਟਲ। Characters: Dr. Peter Brown, Dr. Howard Kelly. Dr. Brown and Dr. Kelly are discussing a case. ਤੇ ਹੁਣ ਦੂਜਾ ਸੀਨ ਸ਼ੁਰੂ ਹੋ ਚੁੱਕਿਆ, ਤੇ ਕਈ ਸਾਲ ਬੀਤ ਚੁੱਕੇ ਹਨ। ਤੇ ਟਾਈਮ ਹੈ, ਸਮਾਂ ਹੈ ਜਿਹੜਾ ਮਾਰਨਿੰਗ ਦਾ, ਤੇ ਲੋਕੇਸ਼ਨ ਹੈ ਅ ਬਿਗ ਸਿਟੀ ਹਸਪੀਟਲ, ਸ਼ਹਿਰ ਦਾ ਵੱਡਾ ਹਸਪੀਟਲ। ਤੇ ਕਰੈਕਟਰਸ ਹਨ ਡਾਕਟਰ ਪੀਟਰ ਬਰਾਊਨ ਅਤੇ ਡਾਕਟਰ ਹਾਵਰਡ ਕੈਲੇ। ਤੇ ਸੀਨ 1 ਵਿੱਚ ਹਾਵਰਡ ਕੈਲੇ ਇੱਕ ਛੋਟਾ ਜਿਹਾ ਬੱਚਾ ਸੀ, ਤੇ ਕਾਫੀ ਸਾਲਾਂ ਬਾਅਦ ਉਹ ਬੱਚਾ ਵੱਡਾ ਹੋ ਕੇ ਡਾਕਟਰ ਬਣ ਗਿਆ, ਤੇ ਉਹ ਡਾਕਟਰ ਬਰਾਊਨ ਦੇ ਨਾਲ ਇੱਕ ਕੇਸ ਡਿਸਕਸ ਕਰ ਰਿਹਾ। ਡਾਕਟਰ ਕੈਲੇ, ਇਜ਼ ਇਟ ਅ ਡਿਫਿਕਲਟ ਕੇਸ ਡਾਕਟਰ ਬਰਾਊਨ? ਕੀ ਇਹ ਔਖਾ ਕੇਸ ਹੈ ਡਾਕਟਰ ਬਰਾਊਨ? ਡਾਕਟਰ ਬਰਾਊਨ, ਯੈਸ ਇਟ ਇਜ਼ ਕੰਪਲਿਕੇਟਿਡ, ਵੀ ਹੈਵ ਨਾਟ ਯੈਟ ਬੀਨ ਏਬਲ ਟੂ ਡਾਇਗਨੋਸ ਦਾ ਪ੍ਰੋਬਲਮ। ਤੇ ਡਾਕਟਰ ਬਰਾਊਨ ਕਹਿੰਦਾ, ਹਾਂ ਇਹ ਇੱਕ ਗੁੰਝਲਦਾਰ ਕੇਸ ਹੈ, ਤੇ ਸਾਨੂੰ ਹਲੇ ਤੱਕ ਇਹ ਪ੍ਰੋਬਲਮ ਹੈ ਉਹ ਨਹੀਂ ਲੱਭੀ। ਡਾਕਟਰ ਕੈਲੇ, ਕਮਿੰਗ ਨੀਅਰ ਡਾਕਟਰ ਬਰਾਊਨ, ਹੂ ਇਜ਼ ਅ ਵੂਮਨ, ਵੇਅਰ ਇਜ਼ ਸ਼ੀ ਫਰੋਮ, ਐਂਡ ਹਾਊ ਡਿਡ ਸ਼ੀ ਬਿਕਮ ਸੋ ਇਲ। ਤੇ ਡਾਕਟਰ ਕੈਲੇ ਡਾਕਟਰ ਬਰਾਊਨ ਦੇ ਨੇੜੇ ਆਉਂਦਾ ਤੇ ਪੁੱਛਦਾ ਹੈ ਕਿ ਉਹ ਵੂਮਨ ਕੌਣ ਹੈ, ਤੇ ਵੂਮਨ ਕੌਣ ਜਿਸ ਨੂੰ ਇਹ ਬਿਮਾਰੀ ਹੈ, ਤੇ ਉਹ ਕਿੱਥੋਂ ਦੀ ਰਹਿਣ ਵਾਲੀ ਹੈ, ਤੈਨੂੰ ਉਹ ਇੰਨੀ ਬਿਮਾਰ ਕਿਵੇਂ ਹੋਈ? ਡਾਕਟਰ ਬਰਾਊਨ ਫੇਸਿੰਗ ਡਾਕਟਰ ਕੈਲੇ, ਸ਼ੀ ਇਜ਼ ਫਰਮ ਬਲੈਕਪੂਲ, ਦ ਡਾਕਟਰਸ ਦੇਅਰ ਹੈਵ ਐਡਵਾਈਜ਼ਡ her to come to this hospital as they could not understand her disease. It started with food poisoning but got complicated. Perhaps her liver has got affected. ਤੇ ਇੱਥੇ ਨਾ ਇੱਕ ਵਰਡ ਯੂਜ਼ ਹੋਇਆ, ਫੂਡ ਪੋਇਜ਼ਨਿੰਗ। ਫੂਡ ਪੋਇਜ਼ਨਿੰਗ ਇੱਕ ਅਜਿਹੀ ਬਿਮਾਰੀ ਹੁੰਦੀ ਹੈ ਕਿ ਜੇ ਤੁਸੀਂ ਕੁਝ ਖਾਂਦੇ ਹੋ ਤੇ ਤੁਹਾਡੇ ਪੇਟ ਵਿੱਚ ਉਹ ਜਿਹੜਾ ਫੂਡ ਹੈ ਉਹ ਪੋਇਜ਼ਨ ਬਣ ਜਾਂਦਾ, ਜਾਂ ਜੇ ਬਾਹਰ ਦਾ ਜਾਂ ਕੁਝ ਗਲਤ ਖਾ ਲਿਆ ਜਾਏ ਤਾਂ ਪੇਟ ਵਿੱਚ ਫੂਡ ਪੋਇਜ਼ਨਿੰਗ ਹੋ ਸਕਦੀ ਹੈ। ਤੇ ਡਾਕਟਰ ਬਰਾਊਨ ਡਾਕਟਰ ਕੈਲੇ ਦੇ ਵੱਲ ਫੇਸ ਕਰਦੇ ਹੋਏ, ਆਪਣਾ ਮੂੰਹ ਉੱਧਰ ਕਰਦੇ ਹੋਏ ਕਹਿੰਦਾ ਕਿ ਉਹ ਬਲੈਕਪੂਲ ਤੋਂ ਹੈ, ਤੇ ਉੱਥੋਂ ਦੇ ਡਾਕਟਰਾਂ ਨੇ ਉਸ ਨੂੰ ਇਸ ਹਸਪਤਾਲ ਵਿੱਚ ਆਉਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਇਸ ਦੀ ਬਿਮਾਰੀ ਨੂੰ ਨਹੀਂ ਸਮਝ ਸਕੇ। ਤੇ ਉਸ ਨੂੰ ਇਹ ਜਿਹੜੀ ਬਿਮਾਰੀ ਹੈ ਫੂਡ ਪੋਇਜ਼ਨਿੰਗ ਤੋਂ ਸ਼ੁਰੂ ਹੋਈ ਸੀ, ਪਰ ਇਹ ਹੁਣ ਹੋਰ ਗੁੰਝਲਦਾਰ ਪ੍ਰੋਬਲਮ ਹੈ ਉਹ ਬਣ ਗਈ ਹੈ। ਤੇ ਇਸ ਤਰ੍ਹਾਂ ਲੱਗ ਰਿਹਾ ਵੀ ਉਸ ਲੇਡੀ ਦਾ ਲਿਵਰ ਵੀ ਇਫੈਕਟ ਹੋ ਗਿਆ, ਕਿ ਲਿਵਰ ਵਿੱਚ ਵੀ ਫਰਕ ਪੈ ਗਿਆ। ਡਾਕਟਰ ਕੈਲੇ, ਵਾਟ ਫਰਮ ਬਲੈਕਪੂਲ? ਡੈਟਸ ਵੇਅਰ ਆਈ ਕਮ ਫਰੋਮ, ਵੇਅਰ ਇਜ਼ ਦ ਲੇਡੀ? ਕੀ ਉਹ ਬਲੈਕਪੂਲ ਤੋਂ ਹੈ? ਤੇ ਬਲੈਕਪੂਲ ਤੋਂ ਤਾਂ ਮੈਂ ਵੀ ਹਾਂ, ਤੇ ਉਹ ਲੇਡੀ ਕਿੱਧਰ ਹੈ? ਡਾਕਟਰ ਬਰਾਊਨ ਟੇਕਿੰਗ ਡਾਕਟਰ ਕੈਲੇ ਟੂ ਦਾ ਹਸਪੀਟਲ ਰੂਮ। ਫਿਰ ਡਾਕਟਰ ਬਰਾਊਨ ਹੈ ਡਾਕਟਰ ਕੈਲੇ ਨੂੰ ਹਸਪੀਟਲ ਦੇ ਰੂਮ ਵਿੱਚ ਲੈ ਕੇ ਜਾਂਦਾ। ਡਾਕਟਰ ਬਰਾਊਨ, ਦੇਅਰ ਸ਼ੀ ਇਜ਼, ਸ਼ੀ ਨੀਡਸ ਇਮੀਡੀਏਟ ਸਰਜਰੀ, ਆਈ ਡੋਂਟ ਥਿੰਕ ਵੀ ਕੈਨ ਡੂ ਮਚ ਇਨ ਦਿਸ ਕੇਸ ਈਵਨ ਆਫਟਰ ਸਰਜਰੀ। ਤੇ ਡਾਕਟਰ ਬਰਾਊਨ ਕਹਿੰਦਾ ਕਿ ਉਹ ਉੱਥੇ ਹੈ ਤੇ ਉਸਨੂੰ ਤੁਰੰਤ ਸਰਜਰੀ ਦੀ ਆਪਰੇਸ਼ਨ ਦੀ ਜ਼ਰੂਰਤ ਹੈ। ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਰੇਸ਼ਨ ਤੋਂ ਬਾਅਦ ਵੀ ਇਸ ਕੇਸ ਵਿੱਚ ਬਹੁਤ ਕੁਝ ਕਰ ਸਕਦੇ ਹਾਂ। ਡਾਕਟਰ ਕੈਲੇ peeps into the room and sees the sleeping woman, smiles. ਫਿਰ ਜਿਹੜਾ ਡਾਕਟਰ ਕੈਲੇ ਹੈ ਉਹ ਉਸ ਰੂਮ ਵਿੱਚ ਦੇਖਦਾ, ਝਾਕਦਾ। ਪੀਪਸ ਦਾ ਅਰਥ ਹੁੰਦਾ ਝਾਕਣਾ, ਅਤੇ ਸਮਾਈਲ ਕਰਦਾ। We must do our best and I'll do my best to save her. ਕਿ ਸਾਨੂੰ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਮੈਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਡਾਕਟਰ ਬਰਾਊਨ, sure doctor, we'll make all possible efforts to save her. Do you know her? ਡਾਕਟਰ ਕੈਲੇ smiles again. ਡਾਕਟਰ ਬਰਾਊਨ ਕਹਿੰਦਾ, ਯਕੀਨਨ ਡਾਕਟਰ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਸ ਲੇਡੀ ਨੂੰ ਬਚਾਉਣ ਦੀ। ਕੀ ਤੁਸੀਂ ਉਸ ਨੂੰ ਜਾਣਦੇ ਹੋ? ਤੇ ਡਾਕਟਰ ਕੈਲੇ ਕੁਝ ਕਹਿੰਦਾ ਤਾਂ ਨਹੀਂ, ਪਰ ਸਮਾਈਲ ਕਰਦਾ। ਤੇ ਡਾਕਟਰ ਕੈਲੇ ਸਮਾਈਲ ਕਿਉਂ ਕਰਦਾ? ਕਿਉਂਕਿ ਉਹ ਉਸ ਲੇਡੀ ਨੂੰ ਜਾਣਦਾ, ਤੇ ਉਹ ਲੇਡੀ ਕੌਣ ਹੈ ਸਾਨੂੰ ਅਗਲੇ ਸੀਨ ਵਿੱਚ ਪਤਾ ਲੱਗੂਗਾ। ਤੇ ਇਹ ਸੀਗਾ ਸੀਨ 2। ਹੁਣ ਇਹ ਸੀਨ 3 ਲੋਕੇਸ਼ਨ।
ਅ ਰੂਮ ਇਨ ਦਾ ਹਸਪੀਟਲ ਕਿ ਹਸਪੀਟਲ ਦਾ ਇੱਕ ਕਮਰਾ। ਤੇ ਕਰੈਕਟਰਸ ਕੌਣ ਕੌਣ ਨੇ? ਦ ਲੇਡੀ, ਅ ਨਰਸ, ਅ ਮੈਨ ਫਰੋਮ ਦਾ ਬਿਲਸ ਡਿਪਾਰਟਮੈਂਟ। ਤੇ ਇਸ ਸੀਨ ਦੇ ਤਿੰਨ ਪਾਤਰ ਹਨ। ਇੱਕ ਲੇਡੀ ਜੋ ਕਿ ਬਿਮਾਰ ਹੈ, ਇੱਕ ਨਰਸ ਹੈ ਤੇ ਇੱਕ ਬੰਦਾ ਜੋ ਕਿ ਬਿਲਿੰਗ ਡਿਪਾਰਟਮੈਂਟ ਤੋਂ ਹੈ। ਤੇ ਨਰਸ ਉਸ ਇਸਤਰੀ ਨੂੰ ਦਵਾਈ ਦੇਣ ਦੀ ਤਿਆਰੀ ਕਰ ਰਹੀ ਹੈ। ਮੈਨ ਗਿਵਿੰਗ ਸਮ ਪੇਪਰਸ ਟੂ ਦ ਨਰਸ। ਤੇ ਇੱਥੇ ਮੈਨ ਕੌਣ ਹੈ? ਬਿਲਿੰਗ ਡਿਪਾਰਟਮੈਂਟ ਵਾਲਾ। Is she feeling better? She is lucky that Dr. Howard Kelly handled her case. This is her bill. She needs to pay within 2 days. Show her the bill. ਤੇ ਉਹ ਬੰਦਾ ਨਰਸ ਨੂੰ ਕੁਝ ਕਾਗਜ਼ ਹੈ ਹਸਪੀਟਲ ਦੇ ਬਿਲਸ ਵਗੈਰਾ ਦਿੰਦਾ ਹੈ ਤੇ ਕਹਿੰਦਾ ਕਿ ਉਹ ਲੇਡੀ ਵਧੀਆ ਮਹਿਸੂਸ ਕਰ ਰਹੀ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਡਾਕਟਰ ਹਾਵਰਡ ਕੈਲੇ ਨੇ ਉਸਦਾ ਕੇਸ ਸੰਭਾਲਿਆ। ਇਹ ਉਸਦਾ ਬਿੱਲ ਹੈ ਤੇ ਉਸਨੂੰ 2 ਦਿਨ ਦੇ ਅੰਦਰ ਬਿੱਲ ਪੇ ਕਰਨਾ, ਬਿੱਲ ਦੀ ਪੇਮੈਂਟ ਕਰਨੀ ਹੈ ਤੇ ਬਿੱਲ ਉਸਨੂੰ ਦਿਖਾ ਦਿਓ। ਨਰਸ taking bill from the man. You are right. She is lucky. And yes, she is much better and healthier. ਤੇ ਉਸ ਨਰਸ ਨੇ ਕਿਹਾ ਬਿੱਲ ਲੈਂਦੇ ਹੋਏ ਕਿ ਤੁਸੀਂ ਠੀਕ ਕਹਿ ਰਹੇ ਹੋ ਕਿ ਉਹ ਬਹੁਤ ਲੱਕੀ ਹੈ ਤੇ ਹਾਂ ਹੁਣ ਉਹ ਬੈਟਰ ਅਤੇ ਸਿਹਤਮੰਦ ਹੈ, ਫੀਲ ਕਰ ਰਹੀ ਹੈ। ਨਰਸ ਗਿਵਸ ਮੈਡੀਸਿਨ ਟੂ ਦਾ ਲੇਡੀ। ਤੇ ਜਿਹੜੀ ਨਰਸ ਹੈ ਉਹ ਉਸ ਲੇਡੀ ਨੂੰ ਦਵਾਈ ਦਿੰਦੀ ਹੈ। ਨਰਸ ਹੈਂਡਲਿੰਗ ਓਵਰ ਦਾ ਬਿੱਲ ਟੂ ਦਾ ਲੇਡੀ। ਤੇ ਨਰਸ ਦਾ ਬਿੱਲ ਦਿੰਦੇ ਹੋਏ ਉਸ ਲੇਡੀ ਨੂੰ ਕਹਿੰਦੀ ਹੈ Here is your medicine and this is your bill. As per the hospital rules, you need to pay the bill in 2 days. ਕਿ ਯਾਰੀ ਤੁਹਾਡੀ ਦਵਾਈ ਤੇ ਹੈ ਤੁਹਾਡਾ ਬਿੱਲ ਤੇ ਹਸਪੀਟਲ ਦੇ ਰੂਲਸ ਦੇ ਮੁਤਾਬਕ ਤੁਹਾਨੂੰ ਜਿਹੜਾ ਬਿੱਲ ਹੈ 2 ਦਿਨਾਂ ਵਿੱਚ ਦੇਣਾ ਪੈਣਾ। ਲੇਡੀ ਲੁਕਿੰਗ ਵਰਿਡ। ਤੇ ਹੁਣ ਉਹ ਲੇਡੀ ਬਿੱਲ ਦੇਖ ਕੇ ਚਿੰਤਾ ਵਿੱਚ ਆ ਜਾਂਦੀ ਹੈ ਕਿਉਂਕਿ ਜਿਹੜਾ ਬਿੱਲ ਦਾ ਅਮਾਊਂਟ ਹੈ ਬਹੁਤ ਜ਼ਿਆਦਾ ਹੈ। This hospital seems to be very expensive. ਕਿ ਇਹ ਜਿਹੜਾ ਹਸਪੀਟਲ ਹੈ ਮੈਨੂੰ ਬਹੁਤ ਮਹਿੰਗਾ ਲੱਗ ਰਿਹਾ। ਨਰਸ Yes madam. It is the most expensive hospital in London. ਹਾਂਜੀ ਮੈਡਮ ਇਹ ਲੰਡਨ ਦਾ ਸਭ ਤੋਂ ਮਹਿੰਗਾ ਹਸਪੀਟਲ ਹੈ। Lady looks at the bill. It will take me a lifetime to pay the bill. ਤੇ ਉਹ ਲੇਡੀ ਬਿੱਲ ਦੇਖਦੇ ਹੋਏ ਕਹਿੰਦੀ ਹੈ ਕਿ ਇਸ ਬਿੱਲ ਨੂੰ ਪੇ ਕਰਨ ਲਈ ਤਾਂ ਮੇਰਾ ਪੂਰਾ ਜੀਵਨ ਹੀ ਬੀਤ ਜਾਊਗਾ। It is signed by Dr. Howard Kelly ਕਿ ਇਹ ਜਿਹੜਾ ਬਿੱਲ ਹੈ ਉਸ ਦੇ ਉੱਪਰ ਡਾਕਟਰ ਹਾਵਰਡ ਕੈਲੇ ਨੇ ਸਾਈਨ ਕੀਤੇ ਹਨ। Nurse Yes, he is very kind. He took special care of you. He is from your city. ਤੇ ਨਰਸ ਡਾਕਟਰ ਦੇ ਬਾਰੇ ਕਹਿੰਦੀ ਹੈ ਹਾਂਜੀ ਉਹ ਬਹੁਤ ਕਾਈਂਡ ਹੈ, ਉਹ ਬਹੁਤ ਦਿਆਲੂ ਡਾਕਟਰ ਹੈ ਤੇ ਉਹਨੇ ਤੁਹਾਡਾ ਖਾਸ ਧਿਆਨ ਰੱਖਿਆ ਤੇ ਉਹ ਤੁਹਾਡੇ ਸ਼ਹਿਰ ਤੋਂ ਹੀ ਹੈ। ਲੇਡੀ ਲੁਕਿੰਗ ਇੰਟਰਸਟਿਡ ਰੀਅਲੀ ਇਜ਼ ਹੀ ਫਰੋਮ ਬਲੈਕਪੂਲ। ਤੇ ਉਹ ਲੇਡੀ ਕਾਫੀ ਦਿਲਚਸਪੀ ਲੈਂਦੇ ਹੋਏ ਕਹਿੰਦੀ ਕਿ ਸੱਚੀ ਕਿ ਉਹ ਵੀ ਬਲੈਕਪੂਲ ਤੋਂ ਹੀ ਹੈ। ਨਰਸ ਯੈਸ ਹੀ ਇਜ਼। ਲੈਟ ਮੀ ਸੀ ਯੋਰ ਬਿੱਲ ਮੈਡਮ। ਟੇਕਸ ਦਾ ਬਿੱਲ ਐਂਡ ਲੁਕਸ ਐਟ ਇਟ, ਸਮਾਈਲਸ। ਯੈਸ ਸਮਥਿੰਗ ਇਜ਼ ਰਿਟਨ ਔਨ ਇਟ, ਡਿਡ ਯੂ ਸੀ ਇਟ। ਤੇ ਨਰਸ ਉਸ ਲੇਡੀ ਨੂੰ ਕਹਿੰਦੀ ਹੈ ਹਾਂਜੀ ਉਹ ਬਹੁਤ ਹੀ ਦਿਆਲੂ ਹਨ ਤੇ ਮੈਨੂੰ ਆਪਣਾ ਬਿੱਲ ਦਿਖਾਣਾ ਮੈਡਮ। ਤੇ ਉਹ ਬਿੱਲ ਦੇਖਦੀ ਹੈ ਤੇ ਬਿੱਲ ਦੇ ਉੱਪਰ ਕੁਝ ਲਿਖਿਆ ਹੁੰਦਾ ਤੇ ਉਹ ਕਹਿੰਦੀ ਹੈ ਕਿ ਇਸ ਦੇ ਉੱਪਰ ਕੁਝ ਲਿਖਿਆ ਹੋਇਆ ਕਿ ਤੁਸੀਂ ਇਸ ਨੂੰ ਦੇਖਿਆ। ਲੇਡੀ ਨੋ ਲੈਟ ਮੀ ਸੀ ਇਟ ਅਗੇਨ। ਕਿ ਉਹ ਲੇਡੀ ਕਹਿੰਦੀ ਕਿ ਮੈਂ ਨਹੀਂ ਦੇਖਿਆ ਤੇ ਹੁਣ ਮੈਨੂੰ ਦੇਖਣ ਦਿਓ। ਰੀਡਸ ਅਲਾਉਡ ਵਿਦ ਟੀਅਰਸ ਇਨ ਹਰ ਆਈਜ਼। ਤੇ ਬਿੱਲ ਵਿੱਚ ਕੀ ਲਿਖਿਆ ਹੁੰਦਾ ਹੈ ਜੋ ਦੇਖ ਕੇ ਉਸ ਲੇਡੀ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਪੇਡ ਇਨ ਫੁੱਲ years ago with a glass of milk, Dr. Howard Kelly. ਤੇ ਡਾਕਟਰ ਹਾਵਰਡ ਕੈਲੇ ਨੇ ਬਿੱਲ ਦੇ ਐਂਡ ਵਿੱਚ ਲਿਖਿਆ ਹੁੰਦਾ ਕਿ ਇਹ ਬਿੱਲ ਪੇ ਕਰ ਦਿੱਤਾ ਗਿਆ ਕਾਫੀ ਸਾਲ ਪਹਿਲਾਂ ਇੱਕ ਦੁੱਧ ਦੇ ਗਲਾਸ ਦੇ ਨਾਲ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਇਹ ਜਿਹੜੀ ਲੇਡੀ ਹੈ ਉਹੀ ਲੇਡੀ ਹੈ ਜਿਸ ਨੇ ਉਸ ਸਮੇਂ ਡਾਕਟਰ ਹਾਵਰਡ ਕੈਲੇ ਦੀ ਮਦਦ ਕੀਤੀ ਸੀ ਕਿ ਜਦੋਂ ਉਹ ਇੱਕ ਛੋਟਾ ਬੱਚਾ ਸੀ। ਤੇ ਕਿਸ ਤਰ੍ਹਾਂ ਮਦਦ ਕੀਤੀ ਸੀ? ਉਸਨੂੰ ਇੱਕ ਦੁੱਧ ਦਾ ਗਲਾਸ ਦਿੱਤਾ ਸੀ ਅਤੇ ਉਸ ਤੋਂ ਬੁੱਕ ਖਰੀਦੀ ਸੀ। ਤੇ ਡਾਕਟਰ ਹਾਵਰਡ ਕੈਲੀ ਨੂੰ ਉਹ ਲੇਡੀ ਯਾਦ ਸੀ ਤੇ ਇਸ ਕਰਕੇ ਡਾਕਟਰ ਹਾਵਰਡ ਕੈਲੀ ਨੇ ਉਸ ਲੇਡੀ ਦਾ ਧਿਆਨ ਵੀ ਰੱਖਿਆ ਅਤੇ ਉਸ ਦਾ ਬਿੱਲ ਵੀ ਆਪ ਪੇ ਕੀਤਾ। ਲੇਡੀ God bless Howard. I am very happy. My faith in God and goodness of people has become stronger today. ਤੇ ਐਂਡ ਵਿੱਚ ਉਹ ਲੇਡੀ ਕਹਿੰਦੀ ਹੈ ਕਿ ਰੱਬ ਹਾਵਰਡ ਦਾ ਭਲਾ ਕਰੇ। ਮੈਂ ਬਹੁਤ ਖੁਸ਼ ਹਾਂ। ਮੇਰਾ ਵਿਸ਼ਵਾਸ ਅੱਜ ਰੱਬ ਤੇ ਅਤੇ ਲੋਕਾਂ ਦੀ ਭਲਾਈ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਤੇ ਵਿਦਿਆਰਥੀਓ ਇਹ ਸੀਗਾ ਤੁਹਾਡਾ ਪਾਠ ਅ ਗਲਾਸ ਆਫ ਮਿਲਕ। ਮੈਨੂੰ ਪੂਰੀ ਉਮੀਦ ਹੈ ਕਿ ਇਹ ਪਾਠ ਆਪ ਸਾਰਿਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੇ ਇਸ ਪਾਠ ਵਿੱਚ ਅਸੀਂ ਇਹ ਦੇਖਿਆ ਕਿ ਉਸ ਲੇਡੀ ਨੇ ਚੰਗੇ ਕੰਮ ਕੀਤੇ ਸੀਗੇ, ਨੇਕ ਕੰਮ ਕੀਤੇ ਸੀਗੇ ਤੇ ਇਸ ਕਰਕੇ ਉਸ ਦੇ ਨਾਲ ਵੀ ਬਹੁਤ ਹੀ ਚੰਗਾ ਹੋਇਆ। ਤੇ ਜਦੋਂ ਉਹ ਬਿਮਾਰ ਹੋਈ ਤੇ ਡਾਕਟਰ ਹਾਵਰਡ ਕੈਲੇ ਨੇ ਜਿਹੜਾ ਉਸਦੇ ਹਸਪੀਟਲ ਦਾ ਬਿੱਲ ਪੇ ਕੀਤਾ, ਨਾ ਕਿ ਸਿਰਫ ਬਿੱਲ ਪੇ ਕੀਤਾ ਬਲਕਿ ਉਸਨੂੰ ਚੰਗੀ ਤਰ੍ਹਾਂ ਠੀਕ ਵੀ ਕੀਤਾ। ਤੇ ਇਹ ਸੀਗੀ ਕਹਾਣੀ ਅ ਗਲਾਸ ਆਫ ਮਿਲਕ। ਹੁਣ ਸਮਾਂ ਹੈ ਇਸ ਦੇ ਕੁਐਸਚਨ ਆਨਸਰ ਅਤੇ ਐਕਟੀਵਿਟੀਜ਼ ਕਰਨ ਦਾ। ਆਓ ਸ਼ੁਰੂ ਕਰਦੇ ਹਾਂ ਕੁਐਸਚਨ ਆਨਸਰ। ਸਭ ਤੋਂ ਪਹਿਲਾਂ ਐਕਟੀਵਿਟੀ 2
फाइंड सफिक्सिस इन द फॉलोइंग वर्ड्स। सफिक्स हुंदा पिछेतर कि एंड विच लगे हुए शब्द है उन्होंने फाइंड आउट करो। कॉम्प्लीकेटेड तो कॉम्प्लीकेटेड विच सफिक्स है पिछेतर है ed। इस तो बाद है हेजिटेटिंगली तो इस विच सफिक्स है ly। वार्मली ly। स्ट्रोंगर er। गुडनेस NESS। तो इत्थे सीगी एक्टिविटी 2। हुण असीं करांगे रिवीजन ऑफ प्रैपोजिशन बिसाइड्स बिसाइड बिटवीन अते अमंग दी। ते बिसाइड्स का की अर्थ हुंदा है? बिसाइड्स का अर्थ हुंदा है इन एडिशन टू, इस तो इलावा। ते बिसाइड का की अर्थ हुंदा है? बाय द साइड ऑफ, इस दे नाल। ते जदों असीं एग्जाम्पल्स करांगे उदाहरणा करांगे होर ज़्यादा क्लीयर हो जाएगा। जिवें एग्जाम्पल है वट अदर स्पोर्ट डू यू प्ले बिसाइड्स हॉकी, कि तुसीं हॉकी तो इलावा किहड़ियां खेडां खेडदे हो। शी सैट बिसाइड हर सिक सन ऑल नाइट, वो अपने बीमार बच्चे नाल पूरी रात बैठी रही। तो हुण सानू बिसाइड अते बिसाइड्स का जिहड़ा डिफरेंस वो क्लीयर हो चुकिया। तो हुण असीं करांगे बिटवीन अते अमंग द डिफरेंस। बिटवीन इज़ यूज्ड फॉर टू पीपल और थिंग्स। अमंग इज़ यूज्ड फॉर मोर दैन टू पीपल और थिंग्स, कि दोहां दा जिहड़ा मीनिंग हुंदा वो हुंदा विचकार पंजाबी विच। पर बिटवीन दी वरतों असीं उदों करदे हां जदों सिर्फ असीं दो पीपल या दो लोकां या दो चीज़ां दी गल करदे हां। पर अमंग ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਮੋਰ ਦੈਨ ਟੂ ਪੀਪਲ ਜਾਂ ਮੋਰ ਦੈਨ ਟੂ ਥਿੰਗਸ ਹੋਣ। ਕਿ ਜਦੋਂ ਅਸੀਂ ਦੋ ਚੀਜ਼ਾਂ ਜਾਂ ਦੋ ਲੋਕਾਂ ਦੀ ਗੱਲ ਕਰਾਂਗੇ ਤਾਂ ਅਸੀਂ ਯੂਜ਼ ਕਰਾਂਗੇ ਬਿਟਵੀਨ, ਜਾਂ ਜੇ ਦੋ ਤੋਂ ਵੱਧ ਦੀ ਗੱਲ ਕਰਾਂਗੇ ਤਾਂ ਅਸੀਂ ਯੂਜ਼ ਕਰਾਂਗੇ ਅਮੰਗ। ਐਗਜ਼ਾਮਪਲਸ ਕਰਦੇ ਹਾਂ। देयर इज़ नो लव बिटवीन द टू ब्रदर्स, ਤੇ ਇੱਥੇ ਦੋ ਦੀ ਗੱਲ ਕੀਤੀ ਹੈ ਇਸ ਕਰਕੇ ਬਿਟਵੀਨ ਆਇਆ। ਡਿਸਟ੍ਰੀਬਿਊਟ ਸਵੀਟਸ ਅਮੰਗ ਆਲ ਦ ਚਿਲਡਰਨ, ਤੇ ਇੱਥੇ ਸਾਰੇ ਬੱਚਿਆਂ ਦੀ ਗੱਲ ਕੀਤੀ ਹੈ ਤੇ ਇਸ ਕਰਕੇ ਆਇਆ ਅਮੰਗ। ਤੇ ਹੁਣ ਅਸੀਂ ਕਰਦੇ ਐਕਟੀਵਿਟੀ 3 ਫਿਲ ਇਨ ਦ ਬਲੈਂਕਸ ਚੂਜ਼ਿੰਗ ਫਰੋਮ ਦ ਵਰਡਸ ਗਿਵਨ ਇਨ ਦ ਬਾਕਸ। ਤੇ ਜਿਹੜੇ ਅਸੀਂ ਵਰਡ ਸਿੱਖੇ ਹਨ ਤੇ ਉਹਨਾਂ ਦੀ ਵਰਤੋਂ ਕਰਕੇ ਅਸੀਂ ਖਾਲੀ ਥਾਵਾਂ ਭਰਨੀਆਂ ਹਨ। ਦ ਟੂ ਬ੍ਰਦਰਸ ਡਿਸਟ੍ਰੀਬਿਊਟਡ ਦ ਸਵੀਟਸ ਬਿਟਵੀਨ ਦੈਮਸੈਲਵਸ, ਤੇ ਇੱਥੇ ਦੋ ਬ੍ਰਦਰਸ ਦੀ ਗੱਲ ਕੀਤੀ ਹੈ ਇਸ ਕਰਕੇ ਆਇਆ ਬਿਟਵੀਨ। ਰਾਧਾ ਕੇਮ ਐਂਡ ਸੈਟ ਬਿਸਾਈਡ ਹਰ ਮਦਰ, ਕਿ ਉਹ ਆਪਣੀ ਮਾਤਾ ਜੀ ਦੇ ਨਾਲ ਬੈਠ ਗਈ। ਦ ਫੋਰ ਥੀਵਸ ਕ੍ਰੂਐਲਡ ਅਮੰਗ ਦੈਮਸੈਲਵਸ, ਕਿ ਉਹ ਜਿਹੜੇ ਚਾਰ ਚੋਰ ਸਨ ਉਹ ਆਪਸ ਵਿੱਚ ਹੀ ਲੜ ਪਏ। ਤੇ ਕਿਉਂਕਿ ਦੋ ਤੋਂ ਵੱਧ ਹਨ ਇਸ ਕਰਕੇ ਆਇਆ ਅਮੰਗ। ਆਈ ਹੈਵ 3 ਅਦਰ ਪੈਨਸ ਬਿਸਾਈਡਸ ਦਿਸ, ਕਿ ਮੇਰੇ ਕੋਲ ਇਸ ਤੋਂ ਇਲਾਵਾ 3 ਪੈਨ ਹੋਰ ਹਨ। ਬਿਸਾਈਡਸ ਐਡਵਾਈਜ਼ਿੰਗ ਦੈਮ ਹੀ ਗੇਵ ਦੈਮ ਮਨੀ ਆਲਸੋ, ਕਿ ਉਹਨਾਂ ਨੂੰ ਸਲਾਹ ਦੇਣ ਤੋਂ ਇਲਾਵਾ ਉਸਨੇ ਉਸਨੂੰ ਪੈਸੇ ਵੀ ਦਿੱਤੇ। ਅ ਬੈਗਰ ਵਾਸ ਸਿਟਿੰਗ ਬਿਸਾਈਡ ਦ ਟੈਂਪਲ ਗੇਟ, ਕਿ ਉਹ ਜਿਹੜਾ ਬੈਗਰ ਹੈ ਉਹ ਮੰਦਿਰ ਦੇ ਗੇਟ ਦੇ ਨਾਲ ਬੈਠਾ ਸੀ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 4 ਰੀਡ ਦ ਪਲੇ ਕੇਅਰਫੁਲੀ ਐਂਡ ਆਨਸਰ ਦ ਫੋਲੋਇੰਗ ਕੁਐਸਚਨਸ, ਕਿ ਇੱਥੇ ਅਸੀਂ ਕੁਐਸਚਨ ਆਨਸਰਸ ਕਰਨੇ ਹਨ। ਪਹਿਲਾ ਸੀਨ 1 ਵਿੱਚੋਂ ਕਾਊਂਟ ਐਂਡ ਰਾਈਟ ਦ ਨੰਬਰ ਆਫ ਕਰੈਕਟਰਸ ਇਨ ਸੀਨ 1 ਆਫ ਦ ਪਲੇ। ਤੇ ਸੀਨ 1 ਵਿੱਚ ਕਿੰਨੇ ਪਾਤਰ ਹਨ ਤੇ ਉਹ ਅਸੀਂ ਲਿਖਣੇ ਹਨ। ਤੇ ਸੀਨ 1 ਵਿੱਚ 2 ਕਰੈਕਟਰਸ ਹਨ, ਅ ਬॉय ਜਿਸ ਦਾ ਨਾਮ ਹੈ ਹਾਵਰਡ ਕੈਲੀ ਤੇ ਇੱਕ ਲੇਡੀ ਜਿਸ ਦਾ ਨਾਮ ਹੈ ਅਨੀਤਾ। ਤੇ ਅਸੀਂ ਆਨਸਰ ਕੀ ਲਿਖਾਂਗੇ, ਦੇਰ ਆਰ 2 ਕਰੈਕਟਰਸ ਇਨ ਸੀਨ 1 ਆਫ ਦ ਪਲੇ। ਤੇ ਸੈਕੰਡ ਕੁਐਸਚਨ ਹੈ ਵਟ ਆਰ देयर ਨੇਮਸ, ਕਿ ਉਹਨਾਂ ਦੇ ਨਾਂ ਕੀ ਹਨ। देयर ਨੇਮਸ ਆਰ ਹਾਵਰਡ ਕੈਲੀ ਐਂਡ ਅਨੀਤਾ, ਉਹਨਾਂ ਦੇ ਨਾਂ ਹਾਵਰਡ ਕੈਲੀ ਅਤੇ ਅਨੀਤਾ ਹਨ। ਵਟ ਇਜ਼ ਦ ਟਾਈਮ, ਕਿ ਸੀਨ 1 ਵਿੱਚ ਕਿਹੜਾ ਸਮਾਂ ਚੱਲ ਰਿਹਾ। ਇਟ ਇਜ਼ ਆਫਟਰਨੂਨ, ਦੁਪਹਿਰ ਦਾ ਸਮਾਂ ਚੱਲ ਰਿਹਾ। ਵਟ ਡਜ਼ ਦ ਬॉय ਸੇ ਟੂ ਹਿਮਸੈਲਫ, ਕਿ ਉਸ ਮੁੰਡੇ ਨੇ ਆਪਣੇ ਆਪ ਨੂੰ ਕੀ ਕਿਹਾ। The boy said to himself, how will I give my school fee if I don't sell these books? कि जे मैं ਇਹ ਕਿਤਾਬਾਂ ਨਾ ਵੇਚ ਪਾਇਆ ਤਾਂ ਮੈਂ ਆਪਣੇ ਸਕੂਲ ਦੀ ਫੀਸ ਕਿਵੇਂ ਭਰਾਂਗਾ। ਅਗਲਾ ਕੁਐਸਚਨ ਹੈ why does he sell books, ਕਿ ਉਹ ਕਿਤਾਬਾਂ ਕਿਉਂ ਵੇਚਦਾ। he sells books so that he can pay his school fee, ਤੇ ਉਹ ਇਸ ਕਰਕੇ ਕਿਤਾਬਾਂ ਵੇਚਦਾ ਤਾਂ ਜੋ ਆਪਣੇ ਸਕੂਲ ਦੀ ਫੀ ਹੈ ਉਹ ਪੇ ਕਰ ਸਕੇ। why does he ring the bell, ਕਿ ਉਸਨੇ ਘੰਟੀ ਕਿਉਂ ਵਜਾਈ। he rings the bell so that he can sell the books and ask for water as he is thirsty, ਤੇ ਉਸਨੇ ਬੈਲ ਇਸ ਕਰਕੇ ਵਜਾਈ ਤਾਂ ਜੋ ਕਿਤਾਬਾਂ ਵੀ ਵੇਚ ਪਾਏ ਅਤੇ ਪਾਣੀ ਦੀ ਮੰਗ ਵੀ ਕਰ ਪਾਏ ਕਿਉਂਕਿ ਉਸਨੂੰ ਪਿਆਸ ਲੱਗੀ ਸੀ। who opens the door, ਕਿ ਦਰਵਾਜ਼ਾ ਕਿਸਨੇ ਖੋਲ੍ਹਿਆ। a lady whose name is Anita opens the door, ਕਿ ਇੱਕ ਇਸਤਰੀ ਨੇ ਜਿਸ ਦਾ ਨਾਮ ਅਨੀਤਾ ਹੈ ਤੇ ਉਸਨੇ ਦਰਵਾਜ਼ਾ ਖੋਲ੍ਹਿਆ। what does he request the lady for, ਕਿ ਉਸਨੇ ਉਸ ਇਸਤਰੀ ਤੋਂ ਉਸ ਲੇਡੀ ਤੋਂ ਕੀ ਬੇਨਤੀ ਕੀਤੀ। he requests the lady to buy one of his books, he also asks for water from her, ਤੇ ਉਸਨੇ ਇਹ ਰਿਕੁਐਸਟ ਕੀਤੀ ਕਿ ਉਹ ਇਹਨਾਂ ਵਿੱਚੋਂ ਇੱਕ ਕਿਤਾਬ ਉਹ ਲੈ ਲੈ ਖਰੀਦ ਲੈ ਤੇ ਉਸਨੇ ਪਾਣੀ ਦੀ ਵੀ ਮੰਗ ਕੀਤੀ। what does the lady give him, ਤੇ ਉਸ ਲੇਡੀ ਨੇ ਉਸਨੂੰ ਕੀ ਦਿੱਤਾ। the lady gives him a glass of milk, ਤੇ ਉਸਨੇ ਉਸਨੂੰ ਦੁੱਧ ਨਾਲ ਭਰਿਆ ਗਲਾਸ ਦਿੱਤਾ। how much money does the lady give the boy for the book, ਤੇ ਉਸ ਲੇਡੀ ਨੇ ਕਿਤਾਬ ਵਾਸਤੇ ਉਸ ਮੁੰਡੇ ਨੂੰ ਕਿੰਨੇ ਪੈਸੇ ਦਿੱਤੇ। the lady gives 5 pounds to the boy for the book, ਤੇ ਉਸਨੇ 5 ਪਾਉਂਡ ਦਿੱਤੇ।
ਤੇ ਇਹ ਤਾਂ ਸੀਗੇ ਸੀਨ 1 ਦੇ ਕੁਐਸਚਨ ਆਨਸਰਸ। ਹੁਣ ਅਸੀਂ ਕਰਾਂਗੇ ਸੀਨ 2 ਦੇ ਕੁਐਸਚਨ ਆਨਸਰਸ, ਜਿਸ ਵਿੱਚ ਸਭ ਤੋਂ ਪਹਿਲਾਂ ਕਾਊਂਟ ਐਂਡ ਰਾਈਟ ਦ ਨੰਬਰ ਆਫ ਕਰੈਕਟਰਸ ਇਨ ਸੀਨ 2 ਆਫ ਦ ਪਲੇ। ਤੇ ਸੀਨ 2 ਵਿੱਚ ਕਿੰਨੇ ਕਰੈਕਟਰਸ ਹਨ ਉਹਨਾਂ ਨੂੰ ਕਾਊਂਟ ਕਰੋ ਤੇ ਲਿਖੋ। देयर आर 2 ਕਰੈਕਟਰਸ ਇਨ ਸੀਨ 2 ਆਫ ਦ ਪਲੇ। ਕਿ ਸੀਨ 2 ਵਿੱਚ 2 ਕਰੈਕਟਰਸ ਹੈਗੇ ਹਨ, ਕਿਹੜੇ ਕਿਹੜੇ? ਡਾਕਟਰ ਪੀਟਰ ਬਰਾਊਨ ਅਤੇ ਡਾਕਟਰ ਹਾਵਰਡ ਕੈਲੇ। ਸੈਕੰਡ ਕੁਐਸਚਨ, ਵਾਟ ਇਜ਼ ਦ ਪ੍ਰੋਫੈਸ਼ਨ ਆਫ ਦ ਕਰੈਕਟਰਸ ਇਨ ਦ ਸੀਨ। ਤੇ ਉਸ ਸੀਨ ਵਿੱਚ ਜਿਹੜੇ ਪਾਤਰ ਹੈਗੇ ਹਨ ਉਹਨਾਂ ਦਾ ਕੀ ਕਿੱਤਾ, ਕੀ ਪ੍ਰੋਫੈਸ਼ਨ ਹੈ? ਦ ਕਰੈਕਟਰਸ ਆਫ ਦ ਸੀਨ ਆਰ ਡਾਕਟਰਸ, ਉਹ ਡਾਕਟਰਸ ਹਨ। ਵਾਈ ਹੈਡ ਦ ਲੇਡੀ ਕਮ ਟੂ ਦਿਸ ਹਸਪੀਟਲ, ਤੇ ਉਹ ਲੇਡੀ ਇਸ ਹਸਪਤਾਲ ਵਿੱਚ ਕਿਉਂ ਆਈ? ਦ ਲੇਡੀ ਗੋਟ ਇਲ ਐਂਡ ਦ ਡਾਕਟਰਸ ਆਫ ਬਲੈਕਪੂਲ ਐਡਵਾਈਜ਼ ਹਰ ਟੂ ਗੋ ਟੂ ਦ ਹਸਪੀਟਲ। ਤੇ ਉਹ ਲੇਡੀ ਬਿਮਾਰ ਹੋ ਗਈ ਸੀ ਤੇ ਬਲੈਕਪੂਲ ਦੇ ਡਾਕਟਰਾਂ ਨੇ ਉਸ ਲੇਡੀ ਨੂੰ ਸਲਾਹ ਦਿੱਤੀ ਕਿ ਉਹ ਇਸ ਹਸਪੀਟਲ ਵਿੱਚ ਆਵੇ। ਹਾਊ ਡਿਡ ਦ ਲੇਡੀ ਗੈਟ ਇਲ, ਕਿ ਉਹ ਬਿਮਾਰ ਕਿਸ ਤਰ੍ਹਾਂ ਹੋਈ? ਦ ਲੇਡੀ ਗੋਟ ਇਲ ਡਿਊ ਟੂ ਫੂਡ ਪੋਇਜ਼ਨਿੰਗ, ਤੇ ਉਹ ਫੂਡ ਪੋਇਜ਼ਨਿੰਗ ਕਾਰਨ ਬਿਮਾਰ ਹੋਈ। ਵਟ ਕਾਈਂਡ ਆਫ ਟ੍ਰੀਟਮੈਂਟ ਡਿਡ ਸ਼ੀ ਨੀਡ, ਤੇ ਉਸਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਚਾਹੀਦਾ ਸੀ? ਸ਼ੀ ਨੀਡਡ ਇਮੀਡੀਏਟ ਸਰਜਰੀ, ਤੇ ਉਸਦੀ ਛੇਤੀ ਹੀ ਮੀਨਸ ਕਿ ਤੁਰੰਤ ਹੀ ਸਰਜਰੀ ਹੋਣੀ ਸੀ। ਤੇ ਸਟੂਡੈਂਟਸ ਐਸੇ ਕਿ ਸੀਨ 2 ਦੇ ਕੁਐਸਚਨ ਆਨਸਰਸ। ਹੁਣ ਅਸੀਂ ਕਰਾਂਗੇ ਸੀਨ 3 ਦੇ ਕੁਐਸਚਨ ਆਨਸਰਸ। ਹਾਊ ਮਚ ਟਾਈਮ ਡਿਡ ਦ ਪੇਸ਼ੈਂਟਸ ਗੈਟ ਟੂ ਪੇ ਦ ਬਿਲ ਐਜ਼ ਪਰ ਦ ਰੂਲਸ, ਕਿ ਪੇਸ਼ੈਂਟਸ ਨੂੰ ਹਸਪੀਟਲ ਦਾ ਬਿੱਲ ਪੇ ਕਰਨ ਲਈ ਕਿੰਨਾ ਟਾਈਮ ਮਿਲਦਾ? ਦ ਪੇਸ਼ੈਂਟਸ ਗੈਟ 2 days ਟੂ ਪੇ ਦ ਬਿਲ ਐਜ਼ ਪਰ ਦ ਰੂਲਸ, ਕਿ ਪੇਸ਼ੈਂਟਸ ਨੂੰ ਬਿੱਲ ਭਰਨ ਲਈ 2 ਦਿਨਾਂ ਦਾ ਸਮਾਂ ਮਿਲਦਾ। ਵਾਈ ਡਿਡ ਦ ਲੇਡੀ ਗੈਟ ਵਰਿਡ, ਤੇ ਉਹ ਇਸਤਰੀ ਚਿੰਤਿਤ ਕਿਉਂ ਸੀ? ਦ ਲੇਡੀ ਗੋਟ ਵਰਿਡ ਬਿਕੋਜ਼ ਦ ਹਸਪੀਟਲ ਸੀਮ ਟੂ ਬੀ ਵੈਰੀ ਐਕਸਪੈਂਸਿਵ, ਕਿਉਂਕਿ ਹਸਪੀਟਲ ਬਹੁਤ ਮਹਿੰਗਾ ਸੀ, ਇਸ ਕਰਕੇ ਉਹ ਚਿੰਤਿਤ ਸੀ। ਅਗਲਾ ਕੁਐਸਚਨ ਹੈ, ਵਾਈ ਡਿਡ ਦ ਲੇਡੀ ਹੈਵ ਟੀਅਰਸ ਇਨ ਹਰ ਆਈਜ਼, ਕਿ ਉਸਦੀ ਅੱਖਾਂ ਵਿੱਚ ਹੰਝੂ ਕਿਉਂ ਸਨ? ਦ ਲੇਡੀ ਹੈਡ ਟੀਅਰਸ ਇਨ ਹਰ ਆਈਜ਼ ਬਿਕੋਜ਼ ਸ਼ੀ ਹੈਡ ਰੈਡ ਅ ਨੋਟ ਫਰੋਮ ਡਾਕਟਰ ਹਾਵਰਡ, ਕਿ ਉਸਦੀ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਉਸਨੇ ਬਿੱਲ ਵਿੱਚ ਡਾਕਟਰ ਹਾਵਰਡ ਵੱਲੋਂ ਲਿਖਿਆ ਹੋਇਆ ਨੋਟ ਪੜ੍ਹਿਆ। ਵਾਈ ਡਿਡ ਸ਼ੀ ਨਾਟ ਹੈਵ ਟੂ ਪੇ ਦ ਬਿੱਲ, ਕਿ ਉਸਨੂੰ ਬਿੱਲ ਕਿਉਂ ਨਹੀਂ ਭਰਨਾ ਪਿਆ? ਸ਼ੀ ਡਿਡ ਨਾਟ ਹੈਵ ਟੂ ਪੇ ਦ ਬਿੱਲ ਬਿਕੋਜ਼ ਦ ਬਿੱਲ ਵਾਜ਼ ਪੇਡ ਬਾय ਡਾਕਟਰ ਹਾਵਰਡ, ਤੇ ਬਿੱਲ ਨੂੰ ਡਾਕਟਰ ਹਾਵਰਡ ਨੇ ਪੇ ਕਰ ਦਿੱਤਾ ਸੀਗਾ, ਇਸ ਕਰਕੇ ਉਸਨੂੰ ਬਿੱਲ ਨਹੀਂ ਭਰਨਾ ਪਿਆ। ਹੂ ਹੈਡ ਪੇਡ ਦ ਬਿੱਲ? ਵਾਈ ਦ ਬਿੱਲ ਵਾਜ਼ ਪੇਡ ਬਾय ਡਾਕਟਰ ਹਾਵਰਡ ਕੈਲੇ ਬਿਕੋਜ਼ ਹੀ ਵਾਂਟਡ ਟੂ ਰੀਪੇ ਫॉर ਦ ਕਾਈਂਡਨੈਸ ਆਫ ਦ ਲੇਡੀ। ਤੇ ਜਿਹੜਾ ਬਿੱਲ ਹੈ ਡਾਕਟਰ ਹਾਵਰਡ ਕੈਲੇ ਨੇ ਭਰਿਆ ਕਿਉਂਕਿ ਉਹ ਉਸ ਲੇਡੀ ਨੂੰ ਉਸਦੀ ਕਾਈਂਡਨੈਸ ਦੇ ਵਾਸਤੇ ਰੀਪੇ ਕਰਨਾ ਚਾਹੁੰਦਾ ਸੀ। ਕਿ ਲੇਡੀ ਨੇ ਪਹਿਲਾਂ ਬਚਪਨ ਵਿੱਚ ਉਸਦੀ ਮਦਦ ਕੀਤੀ ਸੀਗੀ ਜਦੋਂ ਉਹ ਇੱਕ ਛੋਟਾ ਬੱਚਾ ਸੀ, ਤੇ ਉਸਦੀ ਕਾਈਂਡਨੈਸ ਨੂੰ ਰੀਪੇ ਕਰਨ ਵਾਸਤੇ ਉਸਨੇ ਬਿੱਲ ਭਰਿਆ। ਵਾਈ ਵਾਜ਼ ਦ ਲੇਡੀ ਹੈਪੀ ਇਨ ਦ ਐਂਡ, ਤੇ ਐਂਡ ਵਿੱਚ ਉਹ ਜਿਹੜੀ ਲੇਡੀ ਹੈ ਉਹ ਖੁਸ਼ ਕਿਉਂ ਸੀ? ਦ ਲੇਡੀ ਵਾਜ਼ ਹੈਪੀ ਬਿਕੋਜ਼ ਹਰ ਫੇਥ ਇਨ ਗੋਡ ਐਂਡ ਗੁੱਡਨੈਸ ਆਫ ਪੀਪਲ ਹੈਡ ਬਿਕਮ ਸਟਰੋਂਗਰ, ਤੇ ਉਹ ਲੇਡੀ ਐਂਡ ਵਿੱਚ ਇਸ ਕਰਕੇ ਖੁਸ਼ ਸੀ ਕਿਉਂਕਿ ਉਸਦਾ ਵਿਸ਼ਵਾਸ ਰੱਬ ਉੱਤੇ ਅਤੇ ਲੋਕਾਂ ਦੀ ਭਲਾਈ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਗਿਆ। ਤੇ ਸਟੂਡੈਂਟਸ, ਤੇ ਇਹ ਤਾਂ ਸੀਗਾ ਸਾਡਾ ਲਿਟਰੇਚਰ ਪਾਰਟ। ਤੇ ਹੁਣ ਅਸੀਂ ਕਰਾਂਗੇ ਲਰਨਿੰਗ ਲੈਂਗੁਏਜ ਗ੍ਰਾਮਰ। ਇਸ ਵਿੱਚ ਅਸੀਂ ਕਰਾਂਗੇ ਡਿਗਰੀਜ਼ ਆਫ ਐਡਜੈਕਟਿਵਸ। ਤੇ ਐਡਜੈਕਟਿਵਸ ਦੀ ਨਾ 3 ਡਿਗਰੀਆਂ ਹੁੰਦੀਆਂ ਨੇ ਕੰਪੈਰੀਜ਼ਨ ਦੀ, ਪੋਜ਼ਿਟਿਵ, ਕੰਪੈਰੀਟਿਵ ਅਤੇ ਸੁਪਰਲੇਟਿਵ। ਤੇ ਜਿਹੜੇ ਸਿੰਪਲ ਐਡਜੈਕਟਿਵਸ ਹੁੰਦੇ ਨੇ ਜਿਸ ਵਿੱਚ ਕੋਈ ਕੰਪੈਰੀਜ਼ਨ ਨਹੀਂ ਹੁੰਦਾ, ਉਹ ਹੁੰਦਾ ਪੋਜ਼ਿਟਿਵ ਜਾਂ ਪੋਜ਼ਿਟਿਵ ਫਾਰਮ। ਕੰਪੈਰੀਟਿਵ ਫਾਰਮ ਹੁੰਦੀ ਹੈ ਜਦੋਂ ਅਸੀਂ 2 ਚੀਜ਼ਾਂ ਦਾ ਕੰਪੈਰੀਜ਼ਨ ਕਰਦੇ ਹਾਂ, ਤੇ ਸੁਪਰਲੇਟਿਵ ਐਡਜੈਕਟਿਵ ਹੁੰਦਾ ਵੀ ਉਸ ਕੈਟਾਗਰੀ ਵਿੱਚ ਸਭ ਤੋਂ ਉੱਤਮ ਚੀਜ਼, ਸਭ ਤੋਂ ਵਧੀਆ ਚੀਜ਼, ਤੇ ਉਸ ਦੇ ਵਾਸਤੇ ਸੁਪਰਲੇਟਿਵ ਡਿਗਰੀ ਉਹ ਯੂਜ਼ ਹੁੰਦੀ ਹੈ। ਤੇ ਕਈ ਸ਼ਬਦਾਂ ਵਿੱਚ ਕੀ ਹੁੰਦਾ ਕਿ ਕੰਪੈਰੀਟਿਵ ਡਿਗਰੀ ਵਿੱਚ ਈਆਰ ਲਗਾ ਦਿਓ ਤੇ ਸੁਪਰਲੇਟਿਵ ਵਿੱਚ ਈਐਸਟੀ, ਜਿਵੇਂ ਕਿ ਕੁਇਕ, ਕੁਇਕਰ, ਕੁਇਕੈਸਟ, ਫਾਈਨ, ਫਾਈਨਰ, ਫਾਈਨੈਸਟ, ਨਾਈਸ, ਨਾਈਸਰ, ਨਾਈਸੈਸਟ, ਬੋਲਡ, ਬੋਲਡਰ, ਬੋਲਡੈਸਟ। ਤੇ ਕਈ ਥਾਵੇਂ ਅਸੀਂ ਕੀ ਕਰਦੇ ਹਾਂ ਕਿ ਕੰਪੈਰੀਟਿਵ ਵਿੱਚ ਮੋਰ ਅਤੇ ਸੁਪਰਲੇਟਿਵ ਡਿਗਰੀ ਵਿੱਚ ਮੋਸਟ ਲਗਾ ਦਿੰਦੇ ਹਾਂ, ਜਿਵੇਂ ਬਿਊਟੀਫੁਲ, ਮੋਰ ਬਿਊਟੀਫੁਲ, ਮੋਸਟ ਬਿਊਟੀਫੁਲ, ਕਰੇਜੀਅਸ, ਮੋਰ ਕਰੇਜੀਅਸ, ਮੋਸਟ ਕਰੇਜੀਅਸ, ਡਿਫੀਕਲਟ, ਮੋਰ ਡਿਫੀਕਲਟ, ਮੋਸਟ ਡਿਫੀਕਲਟ। ਤੇ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਸ਼ਬਦ ਨੇ ਕੰਪੈਰੀਟਿਵ ਅਤੇ ਸੁਪਰਲੇਟਿਵ ਡਿਗਰੀ ਵਾਲੇ ਪੋਜ਼ਿਟਿਵ ਡਿਗਰੀ ਤੋਂ ਨਹੀਂ ਬਣਦੇ, ਉਹ ਟੋਟਲੀ ਡਿਫਰੈਂਟ ਹੁੰਦੇ ਹਨ, ਜਿਵੇਂ ਕਿ ਗੁੱਡ, ਬੈਟਰ, ਬੈਸਟ, ਬੈਡ, ਵਰਸ, ਵਰਸਟ, ਲਿਟਲ, ਲੈਸ, ਲੀਸਟ। ਤੇ ਹੁਣ ਅਸੀਂ ਕਰਦੇ ਐਕਟੀਵਿਟੀ 5, ਜਿਸ ਵਿੱਚ ਅਸੀਂ ਫਿਲ ਇਨ ਦਾ ਬਲੈਂਕਸ ਭਰਨੇ ਹਨ ਠੀਕ ਡਿਗਰੀ ਨੂੰ ਚੁਣ ਕੇ। ਤੇ ਇਸ ਵਿੱਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਇਜ਼ ਦਾ ਲਾਰਜੈਸਟ ਆਈਲੈਂਡ ਇਨ ਦਾ ਵਰਲਡ, ਕਿ ਦੁਨੀਆ ਵਿੱਚ ਸਭ ਤੋਂ ਵੱਡਾ ਆਈਲੈਂਡ ਹੈ। ਤੇ ਸੁਪਰਲੇਟਿਵ ਡਿਗਰੀ ਆਊਗੀ ਤੇ ਆਊਗਾ ਲਾਰਜੈਸਟ। ਦ ਕਲਾਸ ਟੈਸਟ ਵਾਸ ਈਜ਼ੀਅਰ ਦੈਨ we had expected. The elephant has the longest trunk. Kilimanjaro in Africa is taller than Mount Blanc in Europe. The white dog was greediest of all. ਤੇ ਐਕਟੀਵਿਟੀ 6 ਵਿੱਚ ਵੀ ਇਸ ਤਰ੍ਹਾਂ ਅਸੀਂ ਡਿਗਰੀਆਂ ਪੜ੍ਹਨੀਆਂ ਹਨ। Sham is healthier than Karan. Neil is healthiest of them all.
My room is neater than yours. Polestar is the brightest star. The sweets I ate at this sweet shop are more delicious than any other sweets I have ever eaten. Is the Prime Minister more powerful than the President? ਤੇ ਇੱਥੇ ਅਸੀਂ ਫਿਲ ਇਨ ਦਾ ਬਲੈਂਕਸ ਕੀਤੇ ਸੀਗੇ ਤੇ ਅਗਲੇ ਵਾਕਾਂ ਵਿੱਚ ਅਸੀਂ ਮੇਕ ਸੈਂਟੈਂਸਸ ਵਿੱਚ ਡਿਗਰੀ ਹੈ ਸਹੀ ਭਰਨੀ ਹੈ ਤੇ ਦ ਫਿਸ਼ ਆਈ ਕੌਟ ਇਜ਼ ਬਿਗਰ ਦੈਨ ਦ ਵਨ ਯੂ ਕੌਟ ਤੇ ਦੋ ਦਾ ਕੰਪੈਰੀਜ਼ਨ ਹੋਇਆ ਇਸ ਕਰਕੇ ਸੈਕੰਡ ਡਿਗਰੀ ਕੰਪੈਰੀਟਿਵ ਡਿਗਰੀ ਉਹ ਆਊਗੀ ਦੈਟ ਇਜ਼ ਦ ਸਮੋਲੈਸਟ ਅੰਬਰੇਲਾ ਆਈ ਹੈਵ ਐਵਰ ਸੀਨ ਇਹ ਇਸ ਤੋਂ ਛੋਟੀ ਅੰਬਰੇਲਾ ਮੈਂ ਦੇਖੀ ਨਹੀਂ ਇਸ ਕਰਕੇ ਸੁਪਰਲੇਟਿਵ ਸ਼ੀ ਇਜ਼ ਦ ਪ੍ਰੀਟੀਐਸਟ ਗਰਲ ਆਈ ਹੈਵ ਐਵਰ ਸੀਨ ਮਾਈ ਫਰੈਂਡ ਇਜ਼ ਮੋਰ ਫੈਬੂਲਸ ਦੈਨ yours. The building is larger than the one next to it. Who has the easiest job in our family? Do you think that a screwdriver is more useful than a hammer? ਤੇ ਇਹ ਤੇ ਸੀਗੀ ਐਕਟੀਵਿਟੀ 7 ਹੁਣ ਹੈ ਐਕਟੀਵਿਟੀ 8 ਜੋ ਕਿ ਤੁਸੀਂ ਆਪ ਹੀ ਕਰਨੀ ਹੈ ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 9 Do some people who want to sell something ring your doorbell in the afternoons? ਕੀ ਕਦੇ ਕੁਝ ਵੇਚਣ ਵਾਲੇ ਲੋਕ ਕਿ ਤੁਹਾਡੇ ਘਰ ਦੀ ਬੈਲ ਹੈ ਉਹ ਵਜਾਉਂਦੇ ਹਨ ਦੁਪਹਿਰ ਦੇ ਟਾਈਮ ਡੂ ਦੇ ਡਿਸਟਰਬ ਯੂ ਕਿ ਤੁਹਾਨੂੰ ਫਿਰ ਡਿਸਟਰਬੈਂਸ ਹੁੰਦੀ ਹੈ ਹਾਊ ਡੂ ਯੂ ਰਿਐਕਟ ਤੇ ਫਿਰ ਤੁਸੀਂ ਕਿਸ ਤਰ੍ਹਾਂ ਰਿਐਕਟ ਕਰਦੇ ਹੋ ਆਰ ਯੂ ਪੋਲਾਈਟ ਟੂ ਦੈਮ ਕਿ ਤੁਸੀਂ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਹੋ ਮੋਸਟ ਪੀਪਲ ਆਰ ਰੂਡ ਟੂ ਦੈਮ ਤੇ ਜ਼ਿਆਦਾਤਰ ਲੋਕ ਨੇ ਉਹ ਰੂਡਲੀ ਗੱਲ ਕਰਦੇ ਹਨ ਰਾਈਟ ਅਬਾਊਟ ਦ ਟਾਈਮ ਵੈਨ ਅ ਸੇਲਸਮੈਨ ਰੈਂਗ ਅ ਬੈਲ ਵੈਨ ਯੂ ਵਰ ਸਲੀਪਿੰਗ ਉਸ ਸਮੇਂ ਦੇ ਬਾਰੇ ਲਿਖੋ ਜਦੋਂ ਸੇਲਮੈਨ ਨੇ ਬੈਲ ਰਿੰਗ ਕੀਤੀ ਤੁਹਾਡੀ ਘਰ ਦੀ ਘੰਟੀ ਵਜਾਈ ਜਦੋਂ ਤੁਸੀਂ ਸੋ ਰਹੇ ਸੀ ਯੂ ਕੈਨ ਯੂਜ਼ ਸਮ ਆਫ ਦ ਫੋਲੋਇੰਗ ਵਰਡਸ ਜਾਂ ਫਰੇਸਿਸ ਹੈ ਤੁਸੀਂ ਥੱਲੇ ਦਿੱਤੇ ਗਏ ਹਿੰਟਸ ਜਾਂ ਵਰਡਸ ਨੂੰ ਯੂਜ਼ ਕਰ ਸਕਦੇ ਹੋ ਆਫਟਰਨੂਨ ਬੈਲ ਫਾਸਟ ਸਲੀਪ ਵੋਕ ਅਪ ਤੇ ਇੱਥੇ ਇੱਕ ਵਰਡ ਯੂਜ਼ ਹੋਇਆ ਪੈਸਟਰਡ ਜਿਸ ਦਾ ਅਰਥ ਹੁੰਦਾ ਪਰੇਸ਼ਾਨ ਕਰਨਾ ਤੇ ਅਸੀਂ ਆਪਣੇ ਸ਼ਬਦਾਂ ਵਿੱਚ ਬਣਾ ਕੇ ਕਿਸ ਤਰ੍ਹਾਂ ਲਿਖ ਸਕਦੇ ਹਾਂ ਫਿਊ ਡੇਜ਼ ਐਗੋ ਵੈਨ ਆਈ ਵਾਜ਼ ਟੇਕਿੰਗ ਐਨ ਆਫਟਰਨੂਨ ਨੈਪ ਦ ਡੋਰਬੈਲ ਰੈਂਗ ਵੈਨ ਆਈ ਓਪਨਡ ਦ ਡੋਰ I saw a salesman selling the books. He was thirsty and I gave him a glass of water. I also bought a book from him. He thanked me and told me that some people get angry and close the door when he visited them. ਇਸ ਤੋਂ ਬਾਅਦ ਲਰਨਿੰਗ ਟੂ ਯੂਜ਼ ਲੈਂਗੁਏਜ ਕਿ ਅਸੀਂ ਬਲੈਕਪੂਲ ਬਾਰੇ ਇੱਕ ਪੈਰਾ ਦਿੱਤਾ ਗਿਆ ਤੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਆਪ ਹੀ ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 10 ਜਿਸ ਵਿੱਚ ਅਸੀਂ ਆਪਣੇ ਸ਼ਹਿਰ ਦੇ ਬਾਰੇ ਲਿਖ ਸਕਦੇ ਹਾਂ ਜਾਂ ਸ਼ਹਿਰ ਦੇ ਬਾਰੇ ਜਾਂ ਟਾਊਨ ਦੇ ਬਾਰੇ ਜਾਂ ਸਿਟੀ ਦੇ ਬਾਰੇ ਤੇ ਅਸੀਂ ਜਲੰਧਰ ਦੇ ਬਾਰੇ ਲਿਖਿਆ ਮਾਈ ਸਿਟੀ ਆਈ ਸਟੇ ਇਨ ਜਲੰਧਰ ਇਟ ਇਜ਼ ਅ ਵੈਰੀ ਬਿਊਟੀਫੁਲ ਸਿਟੀ ਇਨ ਪੰਜਾਬ ਇਟ ਇਜ਼ ਫੇਮਸ ਫॉर ਇਟਸ ਸਪੋਰਟਸ ਇੰਡਸਟਰੀ many famous players buy sports goods from Jalandhar. It is also famous for its leather industry and publishing houses. There are many famous places such as Sri Devi Talab Mandir, Science City, Nikku Park, etc. where people visit in Jalandhar.